ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮੂੰਗੀ ਅਤੇ ਮੱਕੀ ਦੀ ਫਸਲ ਵਿਕਣ ਲੱਗੀ ਮਿੱਟੀ ਦੇ ਭਾਅ, ਸਰਕਾਰ ਪਿੱਛਾ ਹਟੀ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ। ਚਰਨਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ। ਚਰਨਜੀਤ ਜੀ, ਪੰਜਾਬ 'ਚ ਇੱਕ ਪਾਸੇ ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਤਾਂ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜੀ ਮੱਕੀ ਤੇ ਮੂੰਗੀ ਦੀ ਫਸਲ ਹੈ ਉਹ ਸਰਕਾਰੀ ਭਾਅ ਤੋਂ ਬਹੁਤ ਹੇਠਾਂ ਜਿਹੜੀ ਹੈਗੀ ਵਿਕ ਰਹੀ ਹੈ ਤੇ ਸਰਕਾਰਾਂ ਨੇ ਵੀ ਜਿਹੜਾ ਹੈਗਾ ਕਿਸਾਨਾਂ ਨੂੰ ਉਹਨਾਂ ਦੇ ਹਾਲ 'ਤੇ ਹੀ ਛੱਡ ਦਿੱਤਾ। ਅਸੀਂ ਜਾਣਨਾ ਚਾਹਾਂਗੇ ਵੀ ਕਿ ਸਰਕਾਰਾਂ ਨੇ ਜਦੋਂ ਇੱਕ MSP ਤੈਅ ਕੀਤੀ ਹੋਈ ਹੈ, ਸਭ ਕੁਝ ਹੁੰਦਾ ਹੈ, ਉਸ ਦੇ ਬਾਵਜੂਦ ਇਹ ਉਹਨਾਂ ਨੂੰ ਉਹ ਕੀਮਤ ਕਿਉਂ ਨਹੀਂ ਮਿਲ ਪਾ ਰਹੀ? ਜੇ ਇਹੋ ਜਿਹੇ ਹਾਲਾਤ ਨੇ ਤਾਂ ਕੇਂਦਰ ਸਰਕਾਰ ਹੋਵੇ ਚਾਹੇ ਹੋਵੇ ਸੂਬਾ ਸਰਕਾਰ, ਉਹਨਾਂ ਨੇ ਕਿਸਾਨਾਂ ਲਈ ਕੀ ਕੁਝ ਕੀਤਾ ਜੀ? ਦੇਖੋ, ਬਿਲੋ MSP ਜਿਹੜੀ ਫਸਲ ਹੈ ਨਾ ਤਾਂ ਪਹਿਲੀ ਵਾਰ ਵਿਕਣ ਲੱਗੀ ਹੈ ਜੀ ਤੇ ਨਾ ਹੀ ਇਹ ਆਖਰੀ ਵਾਰ ਹੋਏਗਾ। ਪਹਿਲਾਂ ਵੀ ਬਹੁਤ ਸਾਰੇ ਵਰਿਆਂ ਦੇ ਵਿੱਚ ਇੱਦਾਂ ਹੁੰਦਾ ਰਿਹਾ ਕਿ ਚਾਹੇ MSP ਤੈਅ ਕੀਤੀ ਜਾਂਦੀ ਸੀਗੀ, ਪਰ ਇਸ ਦੇ ਬਾਵਜੂਦ ਜਿਹੜੀ ਫਸਲ ਹੈ ਉਹ ਬਿਲੋ MSP ਜਿਹੜੀ ਵਿਕਦੀ ਰਹੀ ਹੈ ਜੀ। ਔਰ ਸਮੇਂ-ਸਮੇਂ 'ਤੇ ਨਾ ਤਾਂ ਸਟੇਟ ਗੌਰਮੈਂਟ ਨੇ ਔਰ ਨਾ ਸੈਂਟਰਲ ਗੌਰਮੈਂਟ ਨੇ ਕਦੇ ਵੀ ਮਾਰਕੀਟ ਦੇ ਵਿੱਚ ਇੰਟਰਵੀਨ ਨਹੀਂ ਕੀਤਾ, ਜਿਸ ਦੇ ਨਤੀਜਾ ਇਹ ਨਿਕਲਦਾ ਹੈ ਕਿ ਜਿਹੜੇ ਵਪਾਰੀ ਲੋਕ ਹੈ, ਕਾਰਪੋਰੇਟ ਘਰਾਣੇ ਹੈ, ਉਹਨਾਂ ਨੂੰ ਇੱਕ ਮੌਕਾ ਮਿਲ ਜਾਂਦਾ ਹੈ ਕਿ ਕਿਸਾਨਾਂ ਤੋਂ ਜਿਹੜੇ ਅਸੀਂ ਮਿੱਟੀ ਦੇ ਭਾਅ ਜਾਂ ਭੌਂ ਦੇ ਭਾਅ ਜਿਹੜੀ ਹੈਗੀ ਹੈ ਫਸਲ ਉਹ ਖਰੀਦ ਸਕੀਏ ਜੀ। ਸੋ ਇੱਥੇ ਜਿਹੜੀ ਜ਼ਿੰਮੇਵਾਰੀ ਹੈ, ਚਾਹੇ ਉਹ ਸਟੇਟ ਗੌਰਮੈਂਟ ਹੋਵੇ ਚਾਹੇ ਭਾਰਤ ਸਰਕਾਰ ਹੋਵੇ, ਉਹਨਾਂ ਦੀ ਬਣ ਜਾਂਦੀ ਹੈਗੀ ਹੈ। ਦੇਖੋ, 1960 ਦਾ ਜਦੋਂ ਸਮਾਂ ਸੀ, ਜਦੋਂ ਸਮੁੱਚੇ ਦੇਸ਼ ਇੱਕ ਤਰ੍ਹਾਂ ਦਾ ਅਨਾਜ ਦਾ ਸੰਕਟ ਹੈ ਉਹ ਚੱਲ ਰਿਹਾ ਸੀ ਜੀ, ਤਾਂ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਫਸਲਾਂ ਦੀ MSP ਜਿਹੜੀ ਤੈਅ ਕੀਤੀ ਗਈ ਸੀ, ਇਹ ਪ੍ਰਣਾਲੀ ਹੈ ਜਿਹੜੀ ਸ਼ੁਰੂ ਕੀਤੀ ਗਈ ਸੀ 1965 'ਚ ਜਾ ਕੇ। ਅੱਗੇ ਫਿਰ ਐਗਰੀਕਲਚਰ ਪ੍ਰਾਈਸ ਕਮਿਸ਼ਨ ਬਣਾਇਆ ਸੀਗਾ ਤਾਂ ਕਿ ਕਿਸਾਨਾਂ ਦੀ ਦੇਸ਼ ਦੇ ਵਿੱਚ ਜਿਹੜੀ ਅਲੱਗ-ਅਲੱਗ ਫਸਲਾਂ ਨੂੰ ਪ੍ਰਮੋਟ ਕੀਤਾ ਜਾ ਸਕੇ ਔਰ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਦੇ ਵਿੱਚ ਵਾਧਾ ਕੀਤਾ ਜਾ ਸਕੇ। ਔਰ ਪੰਜਾਬ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਦਾ ਇੱਕ ਤਰ੍ਹਾਂ ਦਾ ਧੁਰਾ ਰਿਹਾ ਸਾਡਾ ਸੂਬਾ, ਤੇ ਉਹਦੇ ਨਤੀਜੇ ਵੀ ਜਿਹੜੇ ਅੱਛੇ ਸਾਹਮਣੇ ਸਾਡੇ ਕੋਲ ਆਏ ਕਿ ਜਿਹੜਾ ਮੁਲਕ ਚੰਦ ਵਰ੍ਹੇ ਪਹਿਲਾਂ ਦੂਸਰੇ ਮੁਲਕਾਂ ਦੇ ਅੱਗੇ ਆਪਣਾ ਹੱਥ ਅੱਡਦਾ ਸੀ ਔਰ ਉਸ ਨੂੰ ਪੰਜਾਬ ਦੇ ਕਿਸਾਨ ਨੇ ਖਾਸ ਤੌਰ 'ਤੇ ਕੰਟਰੀਬਿਊਟ ਕਰਕੇ ਆਪਣੇ ਮੁਲਕ ਨੂੰ ਇੱਕ ਤਰ੍ਹਾਂ ਦਾ ਆਤਮ ਨਿਰਭਰ ਅਨਾਜ ਦੇ ਮਾਮਲੇ ਦੇ ਵਿੱਚ ਬਣਾਇਆ ਜੀ। ਇਹ ਉਹਨਾਂ ਸਮਿਆਂ ਦੀ ਵੀ ਗੱਲ ਹੈ ਤੇ ਅਸੀਂ ਪਿਛਲੇ ਜਦੋਂ ਕੋਵਿਡ ਦਾ ਦੌਰ ਦੇਖਦੇ ਹਾਂ, ਜਦੋਂ ਲਾਕਡਾਊਨ ਦਾ ਸਮਾਂ ਸੀ, ਉਦੋਂ ਵੀ ਅਸੀਂ ਦੇਖਿਆ ਹੈ ਕਿ ਅਨਾਜ ਦੀ ਕਿੰਨੀ ਮਹੱਤਤਾ ਸੀ ਤੇ ਕਿਸਾਨਾਂ ਦੀ ਜਿਹੜੀ ਭੂਮਿਕਾ ਜਾਂ ਰੋਲ ਹੈ ਉਹ ਕਿੰਨਾ ਇੰਪੋਰਟੈਂਟ ਰਿਹਾ ਜੀ। ਸਾਰੀਆਂ ਚੀਜ਼ਾਂ ਦੀ ਜਿਹੜੀ ਗਰੋਥ ਰੇਟ ਹੈ ਉਹ ਡਾਊਨ ਚਲੀ ਗਈ ਸੀ, ਇਕੱਲੀ ਐਗਰੀਕਲਚਰ ਸੈਕਟਰ ਸੀ ਜਿਹੜਾ ਅਪ ਸੀਗਾ ਤੇ ਸਾਡੇ ਗੋਦਾਮ ਹੈ ਜਿਹੜੇ ਜੇ ਭਰੇ ਹੋਏ ਸੀ ਤਾਂ ਉਹਨਾਂ ਟਾਈਮਾਂ ਦੇ ਜਿਹੜੇ PDS ਸਕੀਮ ਦਿੱਤਾ ਜਿੰਨਾ ਅਨਾਜ ਦਿੱਤਾ ਹੈ ਉਹ ਤਾਂ ਹੀ ਦਿੱਤਾ ਜਾ ਸਕਿਆ ਜੇ ਕਿਸਾਨਾਂ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਅੱਛੀ ਰਹੀ ਸੀ, ਕਿਸਾਨਾਂ ਦਾ ਰੋਲ ਹੈ ਜਿਹੜਾ ਉਹ ਅੱਛਾ ਰਿਹਾ ਸੀਗਾ। ਹੁਣ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਭਾਰਤ ਸਰਕਾਰ ਦਾ ਕੀ ਜ਼ਿੰਮੇਵਾਰੀ ਬਣਦੀ ਹੈ ਇਸ ਵੇਲੇ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ 4 ਜ਼ੋਨਾਂ 'ਚ ਵੰਡ ਕੇ ਜਿਹੜਾ ਝੋਨੇ ਦੀ ਜਿਹੜੀ ਬਿਜਾਈ ਹੈ ਜਾਂ ਲੁਆਈ ਹੈ ਉਹ ਸ਼ੁਰੂ ਹੋ ਚੁੱਕੀ ਹੈ। ਜੀ ਬਿਲਕੁਲ। ਔਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ 2 ਫਸਲਾਂ ਇਸ ਵੇਲੇ ਆਈਆਂ ਹੋਈਆਂ ਨੇ ਜਿਨ੍ਹਾਂ ਦਾ ਆਪਾਂ ਖਾਸ ਤੌਰ 'ਤੇ ਜ਼ਿਕਰ ਕਰਾਂਗੇ। ਇੱਕ ਹੈਗੀ ਹੈ ਮੂੰਗੀ ਦੀ ਫਸਲ ਜੀ, ਦੂਸਰੀ ਹੈਗੀ ਹੈ ਮੱਕੀ ਦੀ ਫਸਲ। ਔਰ ਪੰਜਾਬ ਸਰਕਾਰ ਖਾਸ ਕਰਕੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਇਹਨਾਂ ਨੇ ਇੱਕ ਦਿਲਚਸਪੀ ਸ਼ੋਅ ਕੀਤੀ ਸੀ ਕਿ ਅਸੀਂ ਫਸਲੀ ਵਿਭਿੰਨਤਾ 'ਤੇ ਖਾਸ ਤੌਰ 'ਤੇ ਫੋਕਸ ਕਰਾਂਗੇ। ਇਹ ਸਰਕਾਰ ਨੇ ਖੇਤੀ ਪਾਲਿਸੀ ਬਣਾਉਣੀ ਵੀ ਸ਼ੁਰੂ ਕੀਤੀ ਹੈ। ਕ੍ਰੌਪ ਡਾਈਵਰਸੀਫਿਕੇਸ਼ਨ ਦੇ ਐਂਗਲ ਤੋਂ, ਚਾਹੇ ਸਰਦਾਰ ਸਿੰਘ ਜੌਹਲ ਦੀ ਪੁਰਾਣੀ 1986-87 ਦੀ ਰਿਪੋਰਟ ਹੋਵੇ ਜਾਂ ਉਸ ਤੋਂ ਬਾਅਦ ਵਾਲੀ ਹੋਵੇ, ਸਮੇਂ-ਸਮੇਂ ਰਿਪੋਰਟਾਂ ਤਾਂ ਬਣਦੀਆਂ ਰਹੀਆਂ ਨੇ ਪਰ ਇੰਪਲੀਮੈਂਟ ਕਦੇ ਨਹੀਂ ਸੀ ਹੋਇਆ। ਚਲੋ, ਇਸ ਸਰਕਾਰ ਦਾ ਇਹ ਸਾਨੂੰ ਦੇਖਣ ਨੂੰ ਮਿਲਿਆ ਕਿ ਇਹਨਾਂ ਨੇ ਇੱਕ ਦਿਲਚਸਪੀ ਸ਼ੋਅ ਕੀਤੀ ਸੀਗੀ ਕਿ ਅਸੀਂ ਕ੍ਰੌਪ ਡਾਈਵਰਸੀਫਿਕੇਸ਼ਨ ਕਰਨੀ ਹੈਗੀ ਜੀ। ਤਾਂ ਪਿਛਲੀ ਵਾਰ ਤੁਹਾਡੇ ਯਾਦ ਹੋਏਗਾ ਕਿ ਇਸ ਸਰਕਾਰ ਦਾ ਪਹਿਲਾ ਵਰ੍ਹਾ ਸੀ ਤਾਂ ਪਹਿਲੇ ਵਰ੍ਹੇ 'ਚ ਇਹਨਾਂ ਨੇ ਅਨਾਊਂਸ ਕੀਤਾ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿ ਜੇ MSP ਤੋਂ ਜਿਵੇਂ 7755 ਰੁਪਏ ਹੈ, ਇਸ ਵਾਰ MSP ਜਿਹੜੀ ਹੈਗੀ ਹੈ ਮੂੰਗੀ ਦੀ ਫਸਲ ਦੀ ਹੈਗੀ ਹੈ। ਪਿਛਲੀ ਵਾਰ ਉਹਨਾਂ ਨੇ ਕਿਹਾ ਸੀ ਕਿ MSP ਤੋਂ ਜਿੰਨੀ ਫਸਲ ਘਟ ਕੇ ਵਿਕੇਗੀ ਜੀ ਅਸੀਂ ਅਪ ਟੂ 1000 ਸਰਕਾਰ ਵੱਲੋਂ ਕੰਟਰੀਬਿਊਟ ਕਰਾਂਗੇ। ਤਾਂ ਲੋਕਾਂ ਨੇ ਇਸ ਗੱਲ ਦੀ ਸ਼ਲਾਘਾ ਵੀ ਕੀਤੀ ਸੀ, ਪਰ ਹੋਇਆ ਕੀ ਇਹ ਪ੍ਰੈਕਟੀਕਲੀ ਕਿ ਉਹ ਸਾਨੂੰ ਤਸਵੀਰ ਦੇਖਣ ਨੂੰ ਨਹੀਂ ਮਿਲੀ ਗਰਾਊਂਡ 'ਤੇ। ਪਿਛਲੀ ਵਾਰ ਜਿੰਨੀ ਮੂੰਗੀ ਦੀ ਫਸਲ ਮੰਡੀਆਂ 'ਚ ਆਈ ਉਹਦੇ ਵਿੱਚੋਂ ਜਿਹੜੀ ਗੌਰਮੈਂਟ ਨੇ ਪਰਚੇਜ਼ ਕੀਤੀ ਉਹ ਸਿਰਫ 11% ਦੀ ਕੀਤੀ ਜੀ।
ਵੱਡਾ ਹਿੱਸਾ ਫੇਰ ਰਹਿ ਗਿਆ। ਬਿਲਕੁਲ ਇਸ ਤਰ੍ਹਾਂ ਐਤਕੀ ਦੇਖ ਲਓ, ਹੁਣ ਤੱਕ ਆਤਿਸ਼ ਜੀ ਮੰਡੀਆਂ ਦੇ ਵਿੱਚ ਤਕਰੀਬਨ 1.5 ਲੱਖ ਕੁਇੰਟਲ ਹੈ ਜਿਹੜਾ ਉਹ ਮੂੰਗੀ ਦੀ ਫਸਲ ਆ ਚੁੱਕੀ ਹੈ ਜਾਂ ਵਿਕ ਚੁੱਕੀ ਹੈ। ਆਮਦ ਇਸ ਤੋਂ ਵੱਧ ਹੋਏਗੀ ਜੀ। ਖਾਸ ਕਰਕੇ ਜਗਰਾਉਂ ਮੰਡੀ ਦੇ ਵਿੱਚ ਸਭ ਤੋਂ ਵੱਧ 98,000 ਜਿਹੜੀ ਕੁਇੰਟਲ ਮੂੰਗੀ ਦੀ ਫਸਲ ਹੈ ਜਿਹੜੀ ਆਈ ਹੈ। ਹੁਣ ਤਸਵੀਰ ਦਾ ਦੂਜਾ ਪਾਸਾ ਦੇਖ ਲਓ ਤੁਸੀਂ, ਸਰਕਾਰ ਕਹਿੰਦੀ ਹੈ ਕਿ ਜੇ ਘੱਟ ਵਿਕੇਗੀ MSP ਤੋਂ ਤਾਂ ਅਸੀਂ ਖਰੀਦਾਂਗੇ। 1.5 ਲੱਖ ਕੁਇੰਟਲ ਦੇ ਵਿੱਚੋਂ ਤਕਰੀਬਨ 92% ਜਿਹੜੀ ਫਸਲ ਹੈ ਜੀ ਉਹ ਬਿਲੋ MSP ਵਿਕੀ ਹੈ। ਕਹਿਣ ਤੋਂ ਭਾਵ MSP ਤੋਂ ਹੇਠਾਂ ਡਿੱਗ ਕੇ ਫਸਲ ਕਿਸਾਨਾਂ ਨੂੰ ਜਿਹੜੀ ਉਹ ਵੇਚਣੀ ਪਈ ਹੈ। ਹੁਣ ਟੋਟਲ ਫਸਲ ਤੋਂ ਹੁਣ ਤੱਕ ਸਿਰਫ 0.25% ਫਸਲ ਹੈ ਜਿਹੜੀ 1.5 ਲੱਖ ਚੋਂ ਤਕਰੀਬਨ 2,000 ਕੁਇੰਟਲ ਬਣਦੀ ਹੈਗੀ ਹੈ, ਉਹ ਪੰਜਾਬ ਗਵਰਨਮੈਂਟ ਨੇ ਪਰਚੇਜ ਕੀਤੀ ਹੈ। ਦੇਖੋ, ਜਾਂ ਤਾਂ ਸਰਕਾਰ ਇਹ ਗੱਲ ਦਾ ਦਾਅਵਾ ਨਹੀਂ ਕਰਨਾ ਚਾਹੀਦਾ ਕਿ ਅਸੀਂ ਕਰਾਂਗੇ। ਜੇ ਤੁਸੀਂ ਇੱਕ ਇਨੀਸ਼ੀਏਟਿਵ ਲਿਆ, ਸਟੈਪ ਲਿਆ ਹੈ, ਤਾਂ ਉਹ ਤੇ ਤੁਹਾਨੂੰ ਤੋੜ ਨਿਭਣਾ ਚਾਹੀਦਾ ਹੈ ਜੀ, ਤਾਂ ਕਿ ਪ੍ਰੈਕਟੀਕਲੀ ਤੁਸੀਂ ਦਿਖਾ ਸਕੋ ਕਿ ਅਸੀਂ ਇੰਨੀ, ਜੇ MSP ਤੋਂ ਥੱਲੇ 92% ਫਸਲ ਹੁਣ ਤੱਕ ਵਿਕ ਚੁੱਕੀ ਹੈ ਜੀ, ਤਾਂ ਫਿਰ ਸਰਕਾਰ ਕਦੋਂ ਇੰਟਰਵੀਨ ਕਰੇਗੀ? ਬਿਲਕੁਲ, ਇਸ ਵਾਰ ਤਾਂ ਅਨਾਉਂਸਮੈਂਟ ਵੀ ਕੋਈ ਨਹੀਂ ਹੋਈ। ਅਨਾਉਂਸਮੈਂਟ ਵੀ ਕੋਈ ਨਹੀਂ। ਪਿਛਲੀ ਵਾਰ ਤਾਂ ਪ੍ਰਚਾਰ ਵੀ ਕਾਫੀ ਹੋਇਆ ਸੀਗਾ, ਵਿਧਾਨ ਸਭਾ ਦੇ ਵਿੱਚ ਵੀ ਇਸ ਗੱਲ ਦਾ ਰੌਲਾ ਪਿਆ ਸੀ। ਇਸ ਤਰ੍ਹਾਂ ਆਤਿਸ਼ ਮੱਕੀ ਦੀ ਫਸਲ ਹੈ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਬਹੁਤੇ ਕਿਸਾਨ ਹੈ ਜਿਹੜੀ ਮੱਕੀ ਦੀ ਫਸਲ ਤੋਂ ਬਾਅਦ ਹੀ ਉਹਨਾਂ ਨੇ ਜਿਹੜੀ ਝੋਨੇ ਦੀ ਲੁਆਈ ਕਰਨੀ ਹੁੰਦੀ ਹੈ। ਖਾਸ ਕਰਕੇ ਦੁਆਬਾ ਦੀ ਵੈਲਟ ਦੇ ਵਿੱਚ ਜੀ ਉੱਥੇ ਮੱਕੀ ਕਾਫੀ ਰੁਝਾਨ ਹੈ। ਮਾਲਵੇ ਦੇ ਵਿੱਚ ਵੀ ਅਚਾਰ ਦੇ ਰੂਪ ਦੇ ਵਿੱਚ ਮੱਕੀ ਦਾ ਕਾਫੀ ਜਿਹੜਾ ਰੁਝਾਨ ਹੈ ਉਹ ਬਣਿਆ। ਉਹ MSP ਦੇ ਪਿਛਲੀ ਵਾਰ ਵੀ ਹੇਠਾਂ ਵਿਕੀ ਸੀਗੀ, ਤਕਰੀਬਨ 40 ਤੋਂ 45% ਜਿਹੜੀ ਮੱਕੀ ਹੈ ਪਿਛਲੇ ਸਾਲ ਜੀ ਉਹ ਸਰਕਾਰੀ ਭਾਅ ਤੋਂ ਹੇਠਾਂ ਵਿਕੀ ਸੀ। ਬਿਲਕੁਲ, ਇਸ ਵਾਰ ਵੀ ਸਰਕਾਰ ਨੇ ਪਰਚੇਜ਼ ਨਹੀਂ ਕੀਤੀ, ਪਿਛਲੀ ਵਾਰ ਵੀ ਪਰਚੇਜ਼ ਨਹੀਂ ਕੀਤੀ। ਹੁਣ ਭਾਰਤ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ 22 ਫਸਲਾਂ ਜਿਨ੍ਹਾਂ ਤੇ MSP ਦਿੱਤੀ ਹੋਈ ਹੈ ਜੀ। ਬਿਲਕੁਲ, ਤੇ 22 ਫਸਲਾਂ ਤੇ ਅਸੀਂ ਭਾਅ ਚੱਟਣਾ ਹੈਗਾ ਜੀ, ਪ੍ਰੈਕਟੀਕਲੀ ਸਾਨੂੰ ਮਿਲ ਹੀ ਨਹੀਂ ਰਿਹਾ ਜੀ। ਮੈਂ ਕਾਟਨ ਬੈਲਟ 'ਚ ਰਿਹਾ, ਮੈਂ ਦੇਖਦਾ ਰਿਹਾ ਕਿ ਹਰ ਦੂਜੇ ਸਾਲ ਇਹ ਹੁੰਦਾ ਸੀ ਕਿ ਕਦੇ ਵੀ ਨਹੀਂ ਸੀ ਹੁੰਦਾ ਕਿ ਨਰਮਾ ਜਿਹੜਾ ਸਰਕਾਰੀ ਭਾਅ ਤੋਂ ਤੇ ਵਿਕਿਆ ਹੋਵੇ ਜੀ। ਔਰ ਜਿਹੜੀ CCI ਹੈ ਉਹ ਰੇਅਰਲੀ ਜਿਹੜਾ ਹੈਗਾ ਉਹ ਇੰਟਰਵੀਨ ਕਰਦੀ ਸੀ ਮਾਰਕੀਟ ਦੇ ਵਿੱਚ, ਕਾਟਨ ਬੈਲਟ ਦੇ ਵਿੱਚ। ਸੋ ਸਰਕਾਰ ਨੂੰ ਜੇ ਅਗਰ ਪਿਛਲੇ ਟਾਈਮ 'ਚ ਆਪਾਂ ਦੇਖਦੇ ਰਹੇ ਹਾਂ ਕਿ MSP ਤਾਂ ਇੱਕ ਢਾਰਸ ਹੈ, ਠੁੰਮਣ ਹੈ ਕਿਸਾਨਾਂ ਨੂੰ। ਲੱਗਦਾ ਹੈ ਕਿ ਜਿਸ ਟਾਈਮ ਬਣਾਇਆ ਸੀ, ਜਿਸ ਮਕਸਦ ਨਾਲ ਬਣਾਈ ਗਈ ਸੀ, ਉਦੋਂ ਵੀ ਇਹ ਸੀ ਕਿ ਘੱਟੋ ਘੱਟ ਕਿਸਾਨਾਂ ਨੂੰ ਉਹਦੀ ਇਨਪੁਟ ਕਾਸਟ ਹੈ ਉਹਨਾਂ ਦੇ ਹਿਸਾਬ ਨਾਲ ਥੋੜਾ ਜਿਹਾ ਪ੍ਰੋਫਿਟ ਪਾ ਕੇ ਉਹਦਾ ਘੱਟੋ ਘੱਟ ਕਿਸਾਨਾਂ ਨੂੰ ਮਿਨੀਮਮ ਇੱਕ ਪ੍ਰਾਈਸ ਫਿਕਸ ਕੀਤਾ ਜਾ ਸਕੇ, ਤਾਂ ਕਿ ਜਿਹੜੇ ਪ੍ਰਾਈਵੇਟ ਘਰਾਣੇ ਹੈ ਜਾਂ ਪ੍ਰਾਈਵੇਟ ਵਪਾਰੀ ਹੈ ਉਹਨਾਂ ਤੋਂ ਜਿਹੜੀ ਲੁੱਟ ਤੋਂ ਬਚਾਅ ਹੋ ਸਕੇ। ਜਦੋਂ 3 ਖੇਤੀ ਕਾਨੂੰਨ ਆਏ ਸੀ ਉਹਦੇ ਵਿੱਚ ਕੀ ਰੌਲਾ ਸੀ ਸਾਡਾ ਜੀ? ਬਿਲਕੁਲ, ਸਾਡਾ ਇਹੀ ਰੌਲਾ ਸੀ ਕਿ ਤੁਸੀਂ ਜੇ 3 ਖੇਤੀ ਕਾਲੇ ਕਾਨੂੰਨ ਆ ਗਏ ਹੈ ਤਾਂ ਕਿਸਾਨਾਂ ਦੀ ਰੋਜੀ ਰੋਟੀ ਦਾ ਮਸਲਾ ਖੜਾ ਹੋ ਜਾਣਾ ਹੈ। ਹਰ ਪਰਿਵਾਰ ਨੂੰ ਸੱਟ ਵੱਜਣੀ ਸੀ। ਲੜਾਈ ਲੜੀ, 3 ਕਾਲੇ ਕਾਨੂੰਨ ਵਾਪਸ ਹੋਏ। ਸਰਕਾਰ, ਕਿਸਾਨ ਕੀ ਮੰਗ ਕਰਦੇ ਸੀ ਕਿ ਸਾਨੂੰ ਫਸਲਾਂ ਜਿਹੜੀ MSP ਹੈ ਉਹਨੂੰ ਲੀਗਲ ਸ਼ੇਪ ਦੇ ਦਿਓ, ਉਹਦਾ ਲੀਗਲ ਰਾਈਟ ਬਣਾ ਦਿਓ ਜੀ। ਜੇ ਲੀਗਲ ਰਾਈਟ ਬਣਾਇਆ ਹੁੰਦਾ ਤਾਂ ਇਹ ਹਾਲ ਜਿਵੇਂ ਹੁਣ ਆਪਾਂ ਮੂੰਗੀ ਦਾ ਦੇਖ ਰਹੇ ਹਾਂ ਜੀ ਜਾਂ ਮੱਕੀ ਦਾ ਦੇਖ ਰਹੇ ਹਾਂ। ਇਹਦੇ ਨਾਲ ਹੀ ਮੈਂ ਹੋਰ ਜੋੜਨਾ ਚਾਹਾਂਗਾ, ਸੂਰਜਮੁਖੀ ਦਾ ਵੀ ਪੰਜਾਬ 'ਚ ਇਹੀ ਹਾਲ ਚੱਲ ਰਿਹਾ। ਸੂਰਜਮੁਖੀ ਦਾ ਪੰਜਾਬ 'ਚ ਵੀ ਚੱਲ ਰਿਹਾ। ਆਪਣੇ ਗੁਆਂਢੀ ਸੂਬੇ ਹਰਿਆਣੇ ਦੇ ਵਿੱਚ ਜੀ ਕਿਸਾਨਾਂ ਨੇ ਕਿੱਡੀ ਵੱਡੀ ਲੜਾਈ ਲੜੀ ਹੁਣ ਪਿੱਛੇ ਜੇ। ਬਿਲਕੁਲ, ਹੁਣ ਸੈਂਟਰ ਗਵਰਨਮੈਂਟ ਨੇ ਉਹਦੇ ਵਿੱਚ ਕੋਈ ਸਪੋਰਟ ਨਹੀਂ ਕੀਤੀ। ਸੂਰਜਮੁਖੀ ਜਿਹੜਾ ਸਰਕਾਰੀ ਭਾਅ ਤੋਂ ਹੇਠਾਂ ਵਿਕ ਰਿਹਾ ਸੀਗਾ, ਤਾਂ ਹੁਣ ਖੱਟੜ ਸਰਕਾਰ ਨੇ ਕਿਹਾ ਕਿ ਅਸੀਂ ਤੁਹਾਡੀ ਭਰਪਾਈ ਕਰਾਂਗੇ ਕਿ ਜਿੰਨਾ ਵੀ ਗੈਪ ਹੋਏਗਾ ਸਰਕਾਰੀ ਭਾਅ ਦੇ ਐਕਚੁਅਲੀ ਮਾਰਕੀਟ ਦੇ ਵਿੱਚ ਉਸ ਗਵਰਨਮੈਂਟ ਆ ਉਹਦੇ ਵਿੱਚ ਹਿੱਸੇਦਾਰੀ ਪਾਏਗੀ। ਉਸ ਤੋਂ ਪਹਿਲਾਂ ਆਤਿਸ਼ ਥੋੜਾ ਟਾਈਮ ਪਹਿਲੇ ਜਿਹੜੇ ਸਰੋਂ ਦੀ ਫਸਲ ਦਾ ਕੀ ਹਾਲ ਹੋਇਆ ਜੀ? ਬਿਲਕੁਲ, ਅਸੀਂ ਜੇ ਸੱਚਮੁੱਚ ਕਹਿੰਦੇ ਆ ਕਿ ਸਟੇਟ ਗਵਰਨਮੈਂਟ ਕਹਿੰਦੀ ਹੈ ਕਿ ਅਸੀਂ ਕ੍ਰੌਪ ਡਾਈਵਰਸੀਫਿਕੇਸ਼ਨ ਕਰਨਾ ਹੈ, ਤਾਂ ਜਿਹੜੀਆਂ ਅਲਟਰਨੇਟਿਵ ਕ੍ਰੌਪਸ ਹੈ ਸਾਨੂੰ ਉਹਨਾਂ ਨੂੰ ਪ੍ਰਮੋਟ ਕਰਨਾ ਪਏਗਾ ਜੀ। ਜੇ ਪ੍ਰਮੋਟ ਕਰਾਂਗੇ, ਉਹਦੀ ਮਾਰਕੀਟਿੰਗ ਯਕੀਨੀ ਬਣਾਵਾਂਗੇ, ਤਾਂ ਹੀ ਅਸੀਂ ਕਣਕ ਝੋਨੇ ਦੇ ਜਿਹੜੇ ਗੇਟ ਚੋਂ ਨਿਕਲ ਸਕਾਂਗੇ ਜੀ। ਪਰ ਅਸੀਂ ਪੁੱਠੇ ਰਾਹ ਪਏ ਹੋਏ ਹਾਂ। ਭਾਰਤ ਸਰਕਾਰ ਵੀ ਬਾਂਹ ਫੜਨ ਨੂੰ ਤਿਆਰ ਨਹੀਂ। ਹੁਣ ਇਸੇ ਕਰ ਐਤਕੀ ਤਾਂ ਮੈਂ ਇਹ ਦੇਖ ਰਿਹਾ ਕਿ ਪਿਛਲੇ ਟਾਈਮ ਦੇ ਵਿੱਚ ਜਦੋਂ ਹੁਣ ਮੱਕੀ ਦਾ ਰੌਲਾ ਪਿਆ ਹੋਇਆ, ਮੂੰਗੀ ਦਾ ਪਿਆ ਹੋਇਆ। ਪਹਿਲੀ ਗੱਲ ਤਾਂ ਮੂੰਗੀ ਦਾ ਸਾਡੀ ਪੰਜਾਬ ਸਰਕਾਰ ਨੇ ਇਹ ਕਹਿਤਾ ਕਿ ਜਿੱਥੇ ਕਾਟਨ ਬੈਲਟ ਹੈ ਉੱਥੇ ਮੂੰਗੀ ਦੀ ਬਜਾਂਦੀ ਨਾ ਕਰੋ ਜੀ। ਉਹ ਕਹਿੰਦੇ ਕਿ ਜਿਹੜੀ ਮੱਖੀ ਹੈ ਉਹ ਪੈਂਦੀ ਹੈ, ਗੁਲਾਬੀ ਸੁੰਡੀ ਜਾਂ ਚਿੱਟੀ ਮੱਖੀ ਹੈ ਜਿਹੜੀ ਉਹ ਉਧਰੋਂ ਚਲੀ ਜਾਂਦੀ ਹੈ ਮੂੰਗੀ ਤੋਂ ਕਾਟਨ ਤੇ ਚਲੀ ਜਾਂਦੀ ਹੈ। ਤਾਂ ਉਹਨਾਂ ਨੇ ਕਿਹਾ ਕਿ 4 ਜ਼ਿਲ੍ਹਿਆਂ 'ਚ ਤਾਂ ਅਸੀਂ ਝੋਨੇ ਦੀ ਜਿਹੜੀ ਮੂੰਗੀ ਦੀ ਫਸਲ ਹੈ ਜਿਹੜੀ ਖਰੀਦਣੀ ਨਹੀਂ। ਬਿਲਕੁਲ, 19 ਜ਼ਿਲ੍ਹੇ ਰਹਿ ਗਏ, 19 'ਚੋਂ ਕਿਹੜਾ ਅਸੀਂ ਖਰੀਦ ਰਹੇ ਹਾਂ ਜੀ। ਸਿਰਫ 2000 ਕੁਇੰਟਲ ਹੈ ਜਿਹੜੀ ਉਹ ਪਰਚੇਜ਼ ਕੀਤੀ ਹੈ। ਸੋ ਜ਼ਰੂਰੀ ਇਸੇ ਕਰਕੇ ਕਿਸਾਨ ਰੌਲਾ ਪਾਉਂਦੇ ਹੈ। ਪਰ ਇਸ ਵਾਰ ਤਾਂ ਕਿਸਾਨ ਯੂਨੀਅਨਾਂ ਦੀ ਵੀ ਬਹੁਤੀ ਮੈਨੂੰ ਸਰਗਰਮੀ ਨਹੀਂ ਦਿਖ ਰਹੀ ਕਿਸੇ ਬੰਨੇ ਕਿ ਉਹੀ ਘੱਟੋ ਘੱਟ
ਮੰਡੀਆਂ 'ਚ ਆ ਕੇ ਇੰਨਾ ਕੁ ਤਾਂ ਰੌਲਾ ਪਾ ਸਕਦੇ ਹੈਗੇ ਨੇ ਕਿਸਾਨ ਕਿ ਉਹ ਕਿਸਾਨਾਂ ਦੇ ਹਿੱਤਾਂ ਦੀ ਗੱਲ ਤਾਂ ਕਰ ਸਕਦੇ ਨੇ। ਜੀ ਬਿਲਕੁਲ। ਸੋ ਕਿਸਾਨ ਯੂਨੀਅਨਾਂ ਦਾ ਵੀ ਰੋਲ ਹੈ ਇਸ ਵੇਲੇ ਇਸ ਭਾਅ ਨੂੰ ਲੈ ਕੇ, ਉਹ ਅਜੇ ਤੱਕ ਸਾਹਮਣੇ ਨਜ਼ਰ ਨਹੀਂ ਆਇਆ। ਤੇ ਨਾ ਹੀ ਪੰਜਾਬ ਸਰਕਾਰ ਨੇ ਇਸ ਕਿਸਮ ਦਾ ਇਨੀਸ਼ੀਏਟਿਵ ਲਿਆ ਔਰ ਨਾ ਹੀ ਭਾਰਤ ਸਰਕਾਰ ਨੇ ਇਸ ਕਿਸਮ ਦੀ ਕੋਈ ਪਹਿਲ ਹੈ ਜਿਹੜੀ ਉਹ ਕੀਤੀ ਹੈ। ਜੀ ਚਰਨਜੀਤ ਜੀ, ਪੰਜਾਬ ਸਰਕਾਰ ਨੇ ਇਸ ਵਾਰ ਝੋਨੇ ਦੀ ਸਿੱਧੀ ਲਵਾਈ ਨੂੰ ਲੈ ਕੇ ਕਾਫੀ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਸੀ। ਕਿਸਾਨਾਂ ਨੂੰ ਵੀ ਅਪੀਲ ਕੀਤੀ ਸੀ ਕਿ ਝੋਨੇ ਦੀ ਵੱਧ ਤੋਂ ਵੱਧ ਸਿੱਧੀ ਜਿਹੜੀ ਹੈਗੀ ਹੈ ਬਿਜਾਈ ਕੀਤੀ ਜਾਵੇ, ਪਰ ਸਰਕਾਰ ਆਪਣੇ ਇਸ ਮੰਤਵ 'ਚ ਜਿਹੜਾ ਹੈਗਾ ਕਾਮਯਾਬ ਨਹੀਂ ਹੋ ਸਕੀ। ਜੋ ਉਹਦਾ ਟੀਚਾ ਸੀਗਾ ਉਹ ਟੀਚੇ ਤੇ ਪਹੁੰਚ ਨਹੀਂ ਸਕੀ। ਤੇ ਇਸ ਦੇ ਨਾਲ ਹੀ ਜਦੋਂ ਅਸੀਂ ਗੱਲ ਕੋਟਨ ਬੈਲਟ ਦੀ ਕਰਦੇ ਹਾਂ ਤਾਂ ਇਸ ਵਾਰ ਕੋਟਨ ਬੈਲਟ 'ਚ ਵੀ ਜਿਹੜਾ ਰਕਬਾ ਹੈ ਉਹ ਕਾਫੀ ਘੱਟ ਜਿਹੜਾ ਹੈਗਾ ਦੇਖਣ ਨੂੰ ਮਿਲਿਆ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹ ਦੋਵੇਂ ਚੀਜ਼ਾਂ ਦੇ ਪਿੱਛੇ ਕਾਰਨ ਕੀ ਰਹਿ ਰਹੇ ਨੇ। ਅਸਲ ਜਿਹੜੇ ਸਿੱਧੀ ਬਿਜਾਈ ਝੋਨੇ ਦੀ ਕਰਨ ਵਾਲਾ ਫਾਰਮੂਲਾ ਸੀਗਾ ਜੀ, ਇਹ ਜਦੋਂ ਕੋਵਿਡ ਦਾ ਟਾਈਮ ਚੱਲ ਰਿਹਾ ਸੀਗਾ ਉਦੋਂ ਬੜਾ ਕਾਮਯਾਬ ਰਿਹਾ ਸੀਗਾ ਜੀ, ਕਿਉਂਕਿ ਉਸ ਟਾਈਮ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਆ ਜਿਹੜੇ ਉਹ ਲੋਕਡਾਊਨ ਕਰਕੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਸੀ ਜੀ। ਤੇ ਝੋਨਾ ਦੀ ਲੁਆਈ ਦੇ ਲਈ ਇੱਕ ਮਜ਼ਦੂਰਾਂ ਦਾ ਵੱਡਾ ਕ੍ਰਾਈਸਿਸ ਖੜਾ ਹੋ ਗਿਆ ਸੀ ਜੀ। ਤਾਂ ਲੋਕਾਂ ਨੇ ਇੱਕ ਕਿਉਂਕਿ DSR ਸਕੀਮ ਹੈ ਜਿਹੜੀ ਉਸ ਟਾਈਮ ਆ ਗਈ ਸੀਗੀ ਕਿ ਸਿੱਧੀ ਬਿਜਾਈ ਵਾਲੀ, ਕਿ ਝੋਨੇ ਦੀ ਸਿੱਧੀ ਲੁਆਈ ਕਰੋ। ਮੇਨ ਲੁਆਈ ਸ਼ੁਰੂ ਹੋਣ ਤੋਂ ਪਹਿਲਾਂ ਦੇ ਸਮੇਂ ਦੇ ਵਿੱਚ, ਜਿਵੇਂ ਇਸ ਵਾਰ ਵੀ ਤਕਰੀਬਨ ਮੈਨੂੰ ਲੱਗਦਾ 10 ਜੂਨ ਤੱਕ ਇਹਨਾਂ ਨੇ ਕਰ ਦਿੱਤਾ ਸੀਗਾ ਜੀ। ਤਾਂ ਉਸ ਟਾਈਮ ਆਤਿਸ਼ ਬੜੇ ਵੱਡੇ ਰਕਬੇ ਦੇ ਵਿੱਚ ਤਕਰੀਬਨ ਮੈਨੂੰ ਇਹ ਲੱਗਦਾ ਕਿ ਜਿਹੜਾ 2021 ਵਾਲਾ ਸਾਲ ਸੀਗਾ ਉਹਦੇ ਵਿੱਚ 15 ਲੱਖ ਜਿਹੜਾ ਏਕੜ ਰਕਬਾ ਸੀਗਾ ਉਹ DSR ਦੇ ਹੇਠਾਂ ਸੀਗਾ। ਲੋਕਾਂ ਨੇ 15 ਲੱਖ ਏਕੜ 'ਚ ਸਿੱਧੀ ਬਿਜਾਈ ਜਿਹੜੀ ਕੀਤੀ ਸੀ। ਉਸ ਤੋਂ ਪਹਿਲਾਂ ਤਕਰੀਬਨ 12.5 ਲੱਖ ਏਕੜ 'ਚ ਕੀਤੀ ਸੀ 2020 ਦੇ ਵਿੱਚ। ਜਦੋਂ ਸਰਕਾਰ ਨਵੀਂ ਬਣੀ ਪੰਜਾਬ ਦੇ ਵਿੱਚ, ਇਹਨਾਂ ਨੇ ਬੜੀ ਇਨੀਸ਼ੀਏਟਿਵ ਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰੇਗਾ ਉਹਨਾਂ ਨੂੰ ਅਸੀਂ 1500 ਰੁਪਏ ਪ੍ਰਤੀ ਏਕੜ ਇਨਸੈਂਟਿਵ ਵੀ ਦਿੱਤਾ ਸੀ। ਜੀ ਬਿਲਕੁਲ। ਇਸ ਪਿਛਲੀ ਵਾਰ ਵੀ ਅਨਾਉਂਸ ਕੀਤਾ ਸੀ, ਇਸ ਵਾਰ ਵੀ ਅਨਾਉਂਸ ਕੀਤਾ ਸੀ। ਪਰ ਮਸਲਾ ਉੱਥੇ ਆ ਕੇ ਖੜ ਜਾਂਦਾ ਹੈ ਕਿ ਸਿਰਫ ਅਸੀਂ ਇੱਕ ਸੋਸ਼ਲ ਮੀਡੀਆ ਤੱਕ ਜਾਂ ਖਬਰਾਂ ਤੱਕ ਜ਼ਿਆਦਾ ਸੀਮਤ ਰਹਿ ਜਾਂਦੇ ਹੈਗੇ ਆ। ਪ੍ਰੈਕਟੀਕਲੀ ਸ਼ੇਪ ਦੇਖੋ ਹੁਣ ਤੁਸੀਂ, ਇਹਦੀ ਪ੍ਰੈਕਟੀਕਲੀ ਕੀ ਹੋਇਆ ਕਿ ਪਿਛਲੇ ਸਾਲ ਵੀ ਘਟ ਗਿਆ, ਇਸ ਵਾਰ ਇਹਨਾਂ ਨੇ ਤਕਰੀਬਨ 5 ਲੱਖ ਦਾ ਟੀਚਾ ਮਿਥਿਆ ਕਿ ਸਿੱਧੀ ਬਿਜਾਈ ਦਾ, ਤੇ ਆਇਆ ਰਕਬਾ ਕਿੰਨਾ? ਸਿਰਫ 34,000 ਜੀ ਏਕੜ ਰਕਬਾ ਸਿਰਫ ਸਿੱਧੀ ਬਿਜਾਈ ਹੇਠ ਹੈ। ਤੇ ਪਿਛਲੀ ਵਾਰ ਵੀ ਕਾਫੀ ਘਟ ਗਿਆ ਸੀਗਾ, 1,71,000 ਦੇ ਆਸ-ਪਾਸ ਸੀਗਾ ਜੀ। ਤੇ ਇਹਦਾ ਮਤਲਬ ਬਿਲਕੁਲ ਨੋਮੀਨਲ ਹੋ ਗਿਆ ਹੈਗਾ। ਬਿਲਕੁਲ ਟੀਚੇ ਤੋਂ 10% ਵੀ ਨਹੀਂ ਰਹੀ ਹੈ। ਬਿਲਕੁਲ 75 ਲੱਖ ਏਕੜ ਰਕਬੇ 'ਚ ਜਿਹੜੀ ਝੋਨੇ ਦੀ ਬਿਜਾਂਦ ਹੁੰਦੀ ਹੈ ਟੋਟਲ, ਤੇ 34,000 75 ਲੱਖ 'ਚ 34,000 ਤਾਂ ਕੁਝ ਵੀ ਨਹੀਂ ਹੋ ਜਾਂਦਾ। ਬਿਲਕੁਲ। ਇਸ ਕਰਕੇ ਇਹ ਟੀਚਾ ਵੀ ਜਿਹੜਾ ਧਿਆਨ ਨਹੀਂ ਦਿੱਤਾ ਗਿਆ ਇਸ ਪਾਸੇ ਵੀ। ਤੇ ਦੂਸਰੇ ਪਾਸੇ ਹੁਣ ਕਾਟਨ, ਕਿਉਂਕਿ ਅਸੀਂ ਗੱਲ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਕਰ ਰਹੇ ਹੈਗੇ ਜੀ, ਚਾਹੇ ਮੂੰਗੀ ਦੀ ਗੱਲ ਕਰੀਏ, ਮੱਕੀ ਦੀ ਗੱਲ ਕਰੀਏ, ਤੇ ਕਾਟਨ ਵੀ ਇਹਦਾ ਇੱਕ ਬਦਲ ਸੀ। ਬਿਲਕੁਲ। ਦੇਖੋ ਦੂਸਰੇ ਸੂਬਿਆਂ ਦੇ ਵਿੱਚ, ਗੁਜਰਾਤ ਦੇ ਵਿੱਚ ਇਸ ਵਾਰ ਕਾਟਨ ਹੀਟ ਰਕਬਾ ਜਿਹੜਾ ਉਹ 18% ਵਧਿਆ ਜੀ। ਕੱਲਾ ਤੇਲੰਗਾਨਾ ਨੂੰ ਛੱਡ ਕੇ ਬਾਕੀ ਜਿੰਨੇ ਵੀ ਕਾਟਨ ਪ੍ਰੋਡਿਊਸਰ ਸਟੇਟ ਹੈਗੇ ਨੇ, ਕਾਟਨ ਗਰੋਇੰਗ ਸਟੇਟ ਹੈਗੇ ਨੇ, ਚਾਹੇ ਉਹ ਕਰਨਾਟਕਾ ਹੈਗਾ, ਚਾਹੇ ਮਹਾਰਾਸ਼ਟਰ ਹੈ, ਮੱਧ ਪ੍ਰਦੇਸ਼ ਹੈ, ਗੁਜਰਾਤ ਹੈ, ਸਾਰਿਆਂ ਦੇ ਵਿੱਚ ਜਿਹੜਾ ਏਰੀਆ ਹੈ ਕਲਟੀਵੇਸ਼ਨ ਦੇ ਅੰਡਰ ਕਾਟਨ ਦੇ, ਉਹ ਇਨਕਰੀਜ਼ ਹੋਇਆ ਜੀ। ਪੰਜਾਬ 'ਚ ਉਲਟ ਹੋਇਆ। ਬਿਲਕੁਲ, ਪੰਜਾਬ 'ਚ ਬਿਲਕੁਲ ਘਟ ਗਿਆ ਹੈਗਾ। ਸਾਡੇ ਇਸ ਵਾਰ 2.25 ਲੱਖ ਹੈਕਟੇਅਰ ਰਕਬਾ ਜਿਹੜਾ ਕਾਟਨ ਹੇਠ ਹੈ। ਇਹ ਆਤਿਸ਼ ਜੀ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ ਜੀ। ਕਾਟਨ ਬੈਲਟ ਨੇ ਕਦੇ ਵੀ ਇਸ ਤਰ੍ਹਾਂ ਦੇ ਦਿਨ ਨਹੀਂ ਦੇਖੇ ਸੀਗੇ। ਪਿਛਲੀ ਵਾਰ ਵੀ ਰਕਬਾ ਜਿਹੜਾ 2,41,000 ਜਿਹੜਾ ਹੈਕਟੇਅਰ ਸੀ, ਇਸ ਵਾਰ ਬਿਲਕੁਲ ਲੋਐਸਟ ਐਜ ਤੇ ਹੈਗੇ ਆ ਅਸੀਂ। ਤੇ ਚਾਹੀਦਾ ਤਾਂ ਇਹ ਸੀ ਕਿ ਇਹਨੂੰ ਅਸੀਂ ਪ੍ਰਮੋਟ ਕਰਦੇ ਜੀ। ਸਰਕਾਰ ਨੇ ਕਿਹਾ ਕਿ ਬਿਜਲੀ ਵੀ ਦਿੱਤੀ, ਪਾਣੀ ਵੀ ਦਿੱਤਾ, ਨਹਿਰੀ ਪਾਣੀ ਵੀ ਦਿੱਤਾ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰੱਖੀ। ਈਵਨ ਜਿਹੜਾ ਕਾਟਨ ਸੀਡ ਆ ਉਹ ਤੇ ਵੀ ਆਪਣਾ ਸਬਸਿਡੀ ਦਿੱਤੀ 33% ਜੀ। ਤਕਰੀਬਨ 91,000 ਕਿਸਾਨਾਂ ਨੇ ਇਹਨੂੰ ਰਜਿਸਟਰਡ ਕੀਤਾ ਸੀਗਾ, ਤੇ 19 ਕਰੋੜ ਰੁਪਏ ਦੀ ਸਬਸਿਡੀ ਜਿਹੜੀ ਬਣਦੀ ਹੈ। ਇਹ ਵੱਖਰੀ ਗੱਲ ਹੈ ਕਿ ਫੀਲਡ 'ਚੋਂ ਇਹ ਗੱਲ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਉਹ ਸੀਡ ਦੀ ਜਿਹੜੀ ਸਬਸਿਡੀ ਦੇਣੀ ਸੀ 33% ਉਹਨਾਂ ਦੇ ਖਾਤਿਆਂ 'ਚ ਨਹੀਂ ਪਾਈ ਜੀ। ਇਹ ਇੱਕ ਵੱਖਰਾ ਮਾਮਲਾ ਹੈ, ਪਰ ਸਰਕਾਰ ਨੇ ਆਪਣੇ ਆਪ ਇੱਕ ਕੋਸ਼ਿਸ਼ ਕੀਤੀ, ਪਹਿਲ ਕੀਤੀ। ਇਹਦੇ ਬਾਵਜੂਦ ਰਕਬਾ ਜਿਹੜਾ ਫਿਰ ਉਹ 1,75 ਤੇ ਆ ਕੇ ਅਟਕ ਗਿਆ ਹੈ। ਸੋ ਗੱਲ ਇਹ ਹੈ ਕਿ ਇਹ ਜਿਹੜੀ ਦਾਅਵੇ ਹੈ ਜਾਂ ਅਨਾਉਂਸਮੈਂਟਾਂ ਕੀਤੀਆਂ ਜਾਂਦੀਆਂ ਜਾਂ ਟੀਚੇ ਮਿਥੇ ਜਾਂਦੇ ਨੇ ਜੀ, ਇਹ ਸਿਰਫ ਕਾਗਜ਼ਾਂ 'ਚ ਹੀ ਰਹਿ ਜਾਂਦੇ ਨੇ। ਲੋੜ ਇਸ ਗੱਲ ਦੀ ਹੈ ਕਿ ਜਿੱਥੇ ਸਰਕਾਰ ਟੀਚੇ ਮਿਥਦੀ ਹੈਗੀ ਹੈ, ਉੱਥੇ ਜਿਹੜੇ ਅਧਿਕਾਰੀ ਹੈ ਸੰਬੰਧਿਤ, ਉਹਨਾਂ ਦੀ ਜ਼ਿੰਮੇਵਾਰੀ ਮਿਥਣ ਦੀ ਵੀ ਲੋੜ ਹੈ ਜੀ, ਤਾਂ ਹੀ ਇਹ ਟੀਚੇ ਪੂਰੇ ਹੋਣਗੇ। ਬਲਕਿ ਇਸ ਵਾਰ ਤਾਂ ਖੇਤੀ ਮਹਿਕਮੇ ਨੇ ਆਪਣੇ ਪਿੰਡਾਂ ਦੇ ਵਿੱਚ ਹਰ ਪਿੰਡ 'ਚ ਕਿਸਾਨ ਮਿੱਤਰ ਵੀ ਰੱਖੇ ਸੀ। ਚਾਹੀਦਾ ਤਾਂ ਇਹ ਸੀ ਕਿ ਇਹਦੀ ਪਰਫਾਰਮੈਂਸ ਵਧੀਆ ਹੁੰਦੀ,
ਪਰ ਸਾਡੇ ਜਿਹੜੇ ਪੁਰਾਣੇ ਖੇਤੀ ਮੰਤਰੀ ਹੋਣ ਵਾਲੇ ਗੁਰਮੀਤ ਸਿੰਘ ਕੁੜੀਆਂ ਜੀ ਥੋੜੇ ਦਿਨ ਪਹਿਲਾਂ ਜਾ ਕੇ ਆਏ ਨੇ, 3-4 ਦਿਨ ਪਹਿਲਾਂ ਗੁਲਾਬੀ ਸੁੰਡੀ ਦਾ ਅਟੈਕ ਵੇਖਣ ਨੂੰ ਮਿਲਿਆ। ਉਦੋਂ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਵੀ ਇਸ ਕਿਸਮ ਦੇ ਦਾਅਵੇ ਜਾਂ ਵਾਅਦੇ ਕਰਦੇ ਹੁੰਦੇ ਸੀ, ਪਰ ਇਹਦੇ ਬਾਵਜੂਦ, ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਹੈ ਜਿਹੜਾ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਜਿਹੜੀ ਫਸਲ ਹੈ ਜਾਂ ਆਪਾਂ ਕਹਿ ਦਈਏ ਸੁਪਨੇ ਹੈ, ਉਹਨਾਂ ਨੂੰ ਬੂਰ ਨਹੀਂ ਪਿਆ ਅਜੇ ਤੱਕ। ਇਹਦੇ ਲਈ ਸੁਹਿਰਦਤਾ ਨਾਲ ਅੱਗੇ ਨਿਕਲ ਕੇ ਗੱਲ ਕਰਨ ਦੀ ਲੋੜ ਪਈ ਜੀ। ਚਰਨਜੀਤ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਵੀ ਕਿ ਕੇਂਦਰ ਸਰਕਾਰ ਦਾ ਦਾਅਵਾ ਹੈ ਵੀ ਕਿ ਅਸੀਂ 22 ਫਸਲਾਂ ਤੇ MSP ਜਿਹੜਾ ਹੈਗਾ ਦੇ ਰਹੇ ਹਾਂ, ਤੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਇਹ ਵੀ ਦਾਅਵਾ ਕਰ ਰਹੀ ਹੈ ਵੀ ਕਿ ਅਸੀਂ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਕਰ ਦਿੱਤੀ ਹੈ। ਫਿਰ ਇਹੋ ਜਿਹੇ ਕੀ ਕਾਰਨ ਰਹਿ ਰਹੇ ਨੇ ਵੀ ਕਿ ਨਾ ਤਾਂ MSP ਕਿਸਾਨਾਂ ਨੂੰ ਮਿਲ ਪਾ ਰਹੀ ਹੈ ਤੇ ਨਾ ਉਹਨਾਂ ਦੀ ਆਮਦਨ ਦੁੱਗਣੀ ਹੋਈ ਹੈ? ਇਸ ਦੇ ਪਿੱਛੇ ਕੀ ਕਾਰਨ ਨੇ ਵੀ ਕਿ ਕੀ ਇਹੋ ਜਿਹੀ ਕਿਹੜੀ ਸਕੀਮ ਹੈ, ਜਾਂ ਤਾਂ ਰਾਜ ਸਰਕਾਰ ਉਹਦਾ ਸਹੀ ਢੰਗ ਨਾਲ ਲਾਭ ਨਹੀਂ ਲੈ ਪਾ ਰਹੀ, ਜਾਂ ਜਿਹੜੀ ਕੇਂਦਰ ਦੀਆਂ ਸਕੀਮਾਂ ਉਹ ਜ਼ਮੀਨੀ ਪੱਧਰ ਤੇ ਉਸ ਢੰਗ ਨਾਲ ਲਾਗੂ ਨਹੀਂ ਹੋ ਸਕੀਆਂ ਜਿਵੇਂ ਹੋਣੀਆਂ ਚਾਹੀਦੀਆਂ ਸੀ? ਇਸ ਪਿੱਛੇ ਕੀ ਕਾਰਨ ਨੇ? ਦੇਖੋ ਆਤਿਸ਼, ਪਹਿਲਾਂ ਹੁੰਦਾ ਸੀ ਸੈਂਟਰਲ ਸ਼ੇਅਰਿੰਗ ਸਕੀਮਾਂ ਹੁੰਦੀਆਂ ਸੀ, ਜਿਹਦੇ ਵਿੱਚ ਖਾਸ ਕਰਕੇ ਐਗਰੀਕਲਚਰ ਦੀਆਂ ਕਾਫੀ ਸਕੀਮਾਂ ਇਹਦੇ ਨਾਲ ਜੁੜੀਆਂ ਵੀਆਂ ਸੀਗੀਆਂ ਜੀ, ਜਿਹਦੇ ਵਿੱਚ 90+10% ਦਾ ਸ਼ੇਅਰ ਪੈਂਦਾ ਸੀ। 90% ਹਿੱਸੇਦਾਰੀ ਹੈ ਜਿਹੜੀ ਸੈਂਟਰ ਪਾਉਂਦਾ ਸੀਗਾ, 10% ਜਿਹੜੀ ਹਿੱਸੇਦਾਰੀ ਆ ਉਹ ਸਟੇਟ ਪਾਉਂਦਾ ਸੀ। ਹੌਲੀ ਹੌਲੀ ਇਹ ਘਟਾਤਾ, ਫਿਰ 25 ਰਹਿ ਗਿਆ, ਹੁਣ 60-40 ਦੀ ਰੇਸ਼ੋ ਕਰ ਦਿੱਤੀ ਕਿ 60% ਸੈਂਟਰ ਪਾਉਂਦਾ, 40% ਸਟੇਟਾਂ ਨੇ ਪਾਉਣਾ ਹੁੰਦਾ। ਪੰਜਾਬ ਸਰਕਾਰ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਸੈਂਟਰ ਸਪਾਂਸਰਡ ਸਕੀਮਾਂ ਨੇ, ਉਹਨਾਂ ਦਾ ਫਾਇਦਾ ਲੈਣ ਤੋਂ ਵਾਂਝਾ ਰਹਿ ਜਾਂਦਾ ਹੈ। ਉਹਦਾ ਕਾਰਨ ਕੀ ਹੈ ਕਿ ਸਟੇਟ ਗੌਰਮੈਂਟ ਨੇ ਜਿਹੜੀ ਆਪਣੀ ਹਿੱਸੇਦਾਰੀ ਪਾਉਣੀ ਹੁੰਦੀ ਹੈ 40% ਦੀ, ਉਹ ਪਾਇਆ ਨਹੀਂ ਕਦੇ। ਜਿਵੇਂ ਪਿਛਲੀ ਵਾਰ ਵੀ ਇੱਕ ਡਾਟਾ ਹੁਣ ਐਗਰੀਕਲਚਰ ਡਿਪਾਰਟਮੈਂਟ ਨੇ ਤਿਆਰ ਕੀਤਾ ਹੈ ਕਿ ਦੇਖਿਆ ਜਾਵੇ ਕਿ ਕਿੰਨੀਆਂ ਸਕੀਮਾਂ ਸਟੇਟ ਸ਼ੇਅਰ ਕਰਕੇ ਰਹਿ ਗਈਆਂ ਨੇ, ਉਹ ਇੱਕ ਵੱਡੀ ਫਿਗਰ ਹੈ ਜਿਹੜੀ ਸਾਹਮਣੇ ਆਈ ਹੈ। ਸੈਂਟਰ ਗੌਰਮੈਂਟ ਦੀਆਂ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਨੇ। ਇੱਕ ਪ੍ਰਾਈਸ ਸਟੈਬਲਾਈਜੇਸ਼ਨ ਫੰਡ ਹੈਗਾ ਜਿਹਦੇ ਵਿੱਚ ਉਹ ਸਟੇਟਾਂ ਨੂੰ ਇੱਕ ਇੰਟਰਸਟ ਫਰੀ ਲੋਨ ਦਿੰਦੇ ਹੈਗੇ ਨੇ। ਉਹ ਕਹਿੰਦੇ ਕਿ ਜੇ ਤੁਹਾਡੀਆਂ ਜਿਹੜੀਆਂ ਨੌਨ MSP ਫਸਲਾਂ ਹੈਗੀਆਂ ਨੇ ਜਾਂ ਫਲ ਹੈਗੇ ਨੇ ਜਾਂ ਸਬਜ਼ੀਆਂ ਹੈਗੀਆਂ ਨੇ, ਅਗਰ ਉਹਨਾਂ ਦਾ ਗਲਟ ਆ ਜਾਂਦਾ, ਜਿਵੇਂ ਆਪਾਂ ਦੇਖਦੇ ਹਾਂ ਕਿ ਕਦੇ ਟਮਾਟਰ ਸਿੱਟਤੇ ਸੜਕਾਂ ਤੇ ਕਿਸਾਨਾਂ ਨੇ, ਹੈ ਨਾ, ਸ਼ਿਮਲਾ ਮਿਰਚ ਸਿੱਟਤੀ ਜਾਂ ਆਲੂ ਸਿੱਟਤੇ, ਬਿਲਕੁਲ ਜੋ ਭਾਅ ਡਿੱਗ ਪੈਂਦੇ ਨੇ, ਤਾਂ ਉਦੋਂ ਸਟੇਟਾਂ ਨੇ ਪਹੁੰਚ ਕਰਨੀ ਹੁੰਦੀ ਹੈ, ਪਰ ਸਾਡੀ ਸਰਕਾਰ ਨੇ ਕਦੇ ਪਹੁੰਚ ਨਹੀਂ ਕੀਤੀ। ਇਸ ਤਰ੍ਹਾਂ ਮਾਰਕੀਟਿੰਗ ਇੰਟਰਵੈਂਸ਼ਨ ਸਕੀਮ ਹੈਗੀ ਹੈ, ਉਹਦੇ ਵਿੱਚ 50% ਨੁਕਸਾਨ ਹੈ ਜਿਹੜਾ ਸਟੇਟ ਨੇ ਝੱਲਣਾ ਹੁੰਦਾ, 50% ਨੁਕਸਾਨ ਹੈ ਜਿਹੜਾ ਸੈਂਟਰ ਨੇ ਝੱਲਣਾ ਹੁੰਦਾ ਹੈ। ਉਹਦੇ ਵਿੱਚ ਵੀ ਆ ਜਾਂਦਾ ਜਿਵੇਂ ਤੁਹਾਡੇ ਅਨੀਅਨ ਹੋ ਗਏ ਨੇ, ਤੁਹਾਡੇ ਪੋਟੈਟੋ ਹੋ ਗਏ ਨੇ, ਇਹ ਜਿਹੜੀਆਂ ਫਲ ਫਰੂਟ ਹੋਰ ਹੋ ਗਏ ਨੇ। ਜਿਸ ਤਰ੍ਹਾਂ ਤੁਹਾਡੇ ਐਤਕੀ ਨਾਗਾਲੈਂਡ ਨੇ, ਜੰਮੂ ਕਸ਼ਮੀਰ ਨੇ ਇਹ ਸਕੀਮ ਦਾ ਕਾਫੀ ਫਾਇਦਾ ਲਿਆ। ਇਹਦੇ ਵਿੱਚ ਅਸੀਂ ਸਟੇਟ ਗੌਰਮੈਂਟ ਨੇ ਲਿਖਣਾ ਹੁੰਦਾ ਕਿ ਸਾਡੇ ਜਿਹੜੀਆਂ ਇਹ ਨੌਨ MSP ਫਸਲਾਂ ਹੈਗੀਆਂ ਇਹਨਾਂ ਦੇ ਭਾਅ ਗਿਰ ਗਏ ਨੇ ਤੇ ਸਾਡੇ 'ਚ ਇੰਟਰਵੀਨ ਕੀਤਾ ਜਾਵੇ ਮਾਰਕੀਟ 'ਚ, ਤਾਂ ਇੱਕ ਪ੍ਰਪੋਜ਼ਲ ਜਾਂਦੀ ਹੈ। ਉਹਦੇ ਵਿੱਚ ਕੀ ਹੈ ਕਿ ਜਿੰਨੇ ਦੀ ਮੰਨ ਲਓ 1000 ਕਰੋੜ ਦੀ ਬਣੀ, ਤਾਂ ਉਹਦੇ ਵਿੱਚੋਂ 50% ਜਿਹੜੀ ਝੱਲਣਾ ਹੁੰਦਾ ਸਟੇਟ ਨੇ ਤੇ 50% ਸੈਂਟਰ ਨੇ। ਇਸ ਕਰਕੇ ਪ੍ਰਧਾਨ ਮੰਤਰੀ ਆਕਾਸ਼ਾ ਸਕੀਮ ਵੀ ਹੈਗੀ ਹੈ। ਸਕੀਮਾਂ ਤਾਂ ਬਹੁਤ ਹੈ, ਗੱਲ ਤਾਂ ਇੰਪਲੀਮੈਂਟ ਕਰਨ ਦੀ ਲੋੜ ਹੈ। ਹੈਰਾਨੀ ਆਤਿਸ਼ ਇਸ ਗੱਲ ਦੀ ਹੁੰਦੀ ਹੈ ਕਿ ਦੇਖੋ ਐਗਰੀਕਲਚਰ ਸੈਕਟਰ ਇੱਕ ਵੱਡਾ ਸੈਕਟਰ ਹੈ, ਸਾਡਾ ਸੂਬਾ ਤਾਂ ਹੈ ਹੀ ਐਗਰੀਕਲਚਰ ਅਗਰੇਰੀਅਨ ਸਟੇਟ ਕਿਹਾ ਜਾਂਦਾ ਹੈਗਾ, ਤੇ ਏਡੀ ਵੱਡੀ ਆਬਾਦੀ ਹੈ ਤੇ ਜਿਹੜੀ ਨਿਰਭਰ ਹੈਗੀ ਹੈ, ਵੱਡਾ ਵੋਟ ਬੈਂਕ ਵੀ ਕਹਿ ਲਈਏ ਜੇ ਆਪਾਂ ਸਿਆਸਤਦਾਨਾਂ ਦੇ ਨਜ਼ਰੀਏ ਤੋਂ ਦੇਖਣਾ ਹੋਵੇ, ਫਿਰ ਵੀ ਇਹਨੂੰ ਇਗਨੋਰ ਕਰ ਦਿੱਤਾ ਜਾਂਦਾ ਹੈ। ਇੰਪਲਾਇਮੈਂਟ ਦੇ ਨਜ਼ਰੀਏ ਤੋਂ ਦੇਖੀਏ ਤਾਂ ਸਭ ਤੋਂ ਵੱਡਾ ਰੁਜ਼ਗਾਰ ਹੈ ਉਹ ਖੇਤੀਬਾੜੀ ਪੈਦਾ ਕਰਦੀ ਹੈ। ਮੈਨੂੰ ਨਹੀਂ ਲੱਗਦਾ ਕਿ ਇੰਡਸਟਰੀ ਸੈਕਟਰ ਵੀ ਇੰਨੀ ਰੁਜ਼ਗਾਰ ਪੈਦਾ ਕਰਦਾ ਹੋਊ। ਕਿੰਨੇ ਕਿਸਾਨ, ਕਿੰਨੇ ਪਰਿਵਾਰ, ਕਿੰਨੇ ਮਜ਼ਦੂਰ, ਕਿੰਨੇ ਕੀਟਨਾਸ਼ਕ ਡੀਲਰ ਹੋ ਗਏ, ਸੀਡ ਡੀਲਰ ਹੋ ਗਏ, ਖੇਤੀ ਮਸ਼ੀਨਰੀ, ਸਾਰੀਆਂ ਜਿੰਨੀਆਂ ਵੀ ਇੰਡਸਟਰੀਆਂ ਇਹਦੇ ਨਾਲ ਅਲਾਈਡ ਐਗਰੀਕਲਚਰ ਅਲਾਈਡ ਇੰਡਸਟਰੀ ਹੈਗੀ ਆ, ਤਾਂ ਕਿੰਨਾ ਰੁਜ਼ਗਾਰ ਇੱਕ ਖੇਤੀ ਨੇ ਪੈਦਾ ਕੀਤਾ ਹੈ। ਬਿਲਕੁਲ ਪੇਂਡੂ ਅਰਥਚਾਰੇ ਦਾ ਇੱਕ ਵੱਡਾ ਠੁੰਮਣ ਹੈ ਜਿਹੜਾ ਉਹ ਖੇਤੀਬਾੜੀ ਹੈ। ਇਹਦੇ ਬਾਵਜੂਦ ਸਰਕਾਰਾਂ ਇਹਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਨੇ। ਸੋ ਹੁਣ ਜਿਹੜੇ ਸੰਕਟ ਪੂਰੇ ਵਿਸ਼ਵ ਦੇ ਬਹੁਤੇ ਮੁਲਕਾਂ ਦੇ ਵਿੱਚ ਅੰਨ ਦਾ ਸੰਕਟ ਬਣ ਰਿਹਾ ਹੈ, ਉਹਨੂੰ ਦੇਖਦੇ ਹੋਏ ਕਿਸਾਨ ਦੀ ਅੰਨਦਾਤੇ ਜਿਹੜੀ ਬੁੱਕਤ ਹੈ ਉਹ ਹੋਰ ਵਧਣੀ ਚਾਹੀਦੀ ਹੈ, ਪਰ ਹੋ ਉਲਟ ਰਿਹਾ ਕਿ ਸਾਡੇ ਜਿਹੜੀਆਂ ਫਸਲਾਂ ਨੇ ਉਹਨਾਂ ਦੀਆਂ ਉਹ ਬਿਲੋ MSP ਵਿਕ ਰਹੀਆਂ ਨੇ। ਚਰਨਜੀਤ ਜੀ, ਇਹਦੇ ਨਾਲ ਹੀ ਇੱਕ ਹੋਰ ਵੱਡਾ ਮਸਲਾ ਪੰਜਾਬ 'ਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ, ਜਿਸ 'ਚ ਸ਼੍ਰੋਮਣੀ ਕਮੇਟੀ ਵੀ ਸ਼ਾਮਲ ਹੈ, ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੈ, ਤੇ ਅੱਜ ਦੋਵਾਂ ਦੀ ਮੀਟਿੰਗ ਵੀ ਜਿਹੜੀ ਹੈਗੀ ਚੰਡੀਗੜ੍ਹ ਦੇ ਵਿਚਕਾਰ ਹੋਈ ਹੈ। ਅਸੀਂ ਜਾਣਨਾ ਚਾਹਾਂਗੇ ਮੀਟਿੰਗ 'ਚ ਕੀ ਕੁਝ ਹੋਇਆ ਜਾਂ ਮੀਟਿੰਗ ਦੇ ਕੀ ਕਾਰਨ ਸੀਗੇ। ਅਤਿਸ਼ ਜੀ ਦੇਖੋ, ਚਾਹੇ ਆਪਣਾ ਅੱਜ ਦੇ ਟੌਪਿਕ ਨਾਲ ਥੋੜਾ ਲੀਕ ਤੋਂ ਹਟ ਕੇ ਹੈਗਾ, ਪਰ ਕਿਉਂਕਿ ਇਹ ਪੱਕਦਾ ਪੰਜਾਬ ਨਾਲ ਜੁੜਿਆ ਮੁੱਦਾ ਹੈਗਾ, ਪੱਕਦਾ
ਅੱਜ ਸਮੇਂ ਦਾ ਮੁੱਦਾ ਹੈਗਾ ਇਹ। ਦੇਖੋ ਵਿਧਾਨ ਸਭਾ ਦੇ ਵਿੱਚ ਇਹ ਸਾਰੇ ਆਪਣੇ ਦਰਸ਼ਕਾਂ ਨੂੰ ਪਤਾ ਹੈ ਕਿ ਸਿੱਖ ਗੁਰਦੁਆਰਾ ਸੋਧ ਬਿੱਲ ਹੈ ਜਿਹੜਾ ਉਹ ਪਾਸ ਕਰ ਦਿੱਤਾ ਸੀ, ਤੋਂ ਕਾਫੀ ਜ਼ਿਆਦਾ ਰੌਲਾ ਵੀ ਪਿਆ ਹੋਇਆ। ਔਰ ਜਿਹੜਾ ਸਿੱਖ ਭਾਈਚਾਰਾ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਉਹ ਇਸ ਗੱਲ ਤੇ ਕਹਿ ਰਿਹਾ ਹੈਗਾ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਦਖਲ ਦੇ ਰਹੀ ਹੈ ਜੀ। ਸੋ ਸ਼੍ਰੋਮਣੀ ਕਮੇਟੀ ਨੇ ਕੱਲ੍ਹ ਨੂੰ ਇੱਕ ਜਨਰਲ ਇਜਲਾਸ ਹੈ ਜਿਹੜਾ ਉਹ ਸੱਦਿਆ ਹੋਇਆ ਹੈ। ਜਨਰਲ ਇਜਲਾਸ ਦੇ ਵਿੱਚ ਕੀ ਫੈਸਲੇ ਲੈਣੇ ਆ, ਇਹ ਤਾਂ ਤਸਵੀਰ ਆਪਾਂ ਨੂੰ ਕੱਲ੍ਹ ਨੂੰ ਹੀ ਉੱਭਰ ਕੇ ਸਾਹਮਣੇ ਆਏਗੀ। ਉਸ ਤੋਂ ਪਹਿਲਾਂ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਬੈਠਕ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਕੱਲ੍ਹ ਦੀ ਮੀਟਿੰਗ ਨੂੰ ਲੈ ਕੇ ਇਹਦੇ ਵਿੱਚ ਕਈ ਘੰਟੇ ਜਿਹੜਾ ਮੰਥਨ ਹੋਇਆ ਅਕਾਲੀ ਆਗੂਆਂ ਦੇ ਵਿੱਚ ਔਰ ਸ਼੍ਰੋਮਣੀ ਕਮੇਟੀ ਦੇ ਵਿੱਚ। ਇਹਦੇ ਵਿੱਚ ਕੀ ਤੈਅ ਹੋਇਆ? ਦੋ ਮੁੱਦੇ ਤੈਅ ਹੋਏ ਨੇ। ਇੱਕ ਤਾਂ ਹੈਗਾ ਕਿ ਗੁਰਦੁਆਰਾ ਸੋਧ ਬਿੱਲ ਹੈ ਜਿਹੜਾ ਹੁਣੇ ਪਾਸ ਹੋਇਆ, ਉਹਦੇ ਬਾਰੇ ਡਿਸਕਸ਼ਨ ਹੋਈ ਹੈ। ਦੂਸਰਾ ਜਿਹੜਾ ਗੁਰਬਾਣੀ ਦੇ ਪ੍ਰਸਾਰ ਨੂੰ ਲੈ ਕੇ ਗੱਲ ਚੱਲ ਰਹੀ ਹੈ, ਉਹਦੇ ਬਾਰੇ ਇਹਦੇ ਵਿੱਚ ਵਿਚਾਰ ਚਰਚਾ ਹੋਈ ਹੈ। ਸੋ ਇਹ ਟੋਟਲੀ ਇੱਕ ਤਰ੍ਹਾਂ ਦਾ ਬੰਦ ਕਮਰਾ ਮੀਟਿੰਗ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਅੱਜ ਪੁੱਛਿਆ ਵੀ ਉੱਥੇ ਰਿਪੋਰਟਰ ਨੇ ਧਾਮੀ ਸਾਹਿਬ ਨੂੰ, ਉਹ ਕਹਿੰਦੇ ਕਿ ਅਸੀਂ ਕੱਲ੍ਹ ਨੂੰ ਇਹਨੂੰ ਕਰਾਂਗੇ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਵੀ ਟਵੀਟ ਆਇਆ, ਜਿਸ ਤਰ੍ਹਾਂ ਉਹਨਾਂ ਨੇ ਆਪਣੇ ਇੱਕ ਲਹਿਜੇ ਦੇ ਵਿੱਚ ਫੇਰ ਉਹਨਾਂ ਨੇ ਕਿਹਾ ਹੈਗਾ ਕਿ ਜੀ ਦੇਖੋ ਅੱਜ ਜਿਹੜਾ ਬਾਦਲ ਪਰਿਵਾਰ ਨੇ ਤੈਅ ਕਰਕੇ ਜਿਹੜਾ ਫੈਸਲਾ ਤੈਅ ਕਰ ਲਿਆ ਤੇ ਧਾਮੀ ਸਾਹਿਬ ਉਸ ਫੈਸਲੇ ਨੂੰ ਲੈ ਚੱਲੇ ਨੇ। ਹੁਣ ਉਹਨਾਂ ਨੇ ਕੱਲ੍ਹ ਨੂੰ ਜਾ ਕੇ ਜਨਰਲ ਇਜਲਾਸ ਤੇ ਪੜ੍ਹ ਕੇ ਹੀ ਸੁਣਾਉਣਾ ਹੈਗਾ। ਇਹ ਚਲੋ ਉਹਨਾਂ ਦਾ ਆਪਣਾ ਅੰਦਾਜ਼ ਹੈ, ਉਹਦੀ ਬਹੁਤੀ ਪ੍ਰਸ਼ੰਸਾ ਵੀ ਕਰਦੇ ਆ ਉਹਨਾਂ ਦੇ ਚਾਹੁਣ ਵਾਲੇ, ਤੇ ਜਿਹੜੇ ਉਹਦੀ ਆਲੋਚਨਾ ਵੀ ਹੁੰਦੀ ਹੈ ਨਾ, ਉਹ ਇੱਕ ਵੱਖਰਾ ਇਸ਼ੂ ਹੈ। ਤੇ ਕੱਲ੍ਹ ਨੂੰ ਮੈਨੂੰ ਇਹ ਲੱਗਦਾ ਕਿ ਗੁਰਬਾਣੀ ਦੇ ਪ੍ਰਸਾਰ ਨੂੰ ਲੈ ਕੇ ਸ਼੍ਰੋਮਣੀ ਕਮੇਟੀ, ਕਿਉਂਕਿ ਪਿਛਲੇ ਦਿਨਾਂ ਜਿਹੜੀ ਚਰਚਾ ਚੱਲੀ ਹੈ ਉਹਦੀ ਕਾਟ ਕਰਨ ਦੇ ਲਈ ਕੋਈ ਇਹੋ ਜਿਹਾ ਫੈਸਲਾ ਲੈ ਸਕਦਾ ਹੈ ਕਿ ਜਿਹਦੇ ਨਾਲ ਲੋਕਾਂ ਨੂੰ ਲੱਗੇ ਕਿ ਗੁਰਬਾਣੀ ਤੇ ਕਿਸੇ ਵਿਸ਼ੇਸ਼ ਚੈਨਲ ਦਾ ਜਿਹੜਾ ਕਬਜ਼ਾ ਨਹੀਂ, ਇੱਕ ਅਧਿਕਾਰ ਨਹੀਂ ਹੈਗਾ, ਕਿਸੇ ਵਿਸ਼ੇਸ਼ ਪਰਿਵਾਰ ਦਾ ਇੱਕ ਅਧਿਕਾਰ ਨਹੀਂ। ਇਹ ਭਰਮ ਨੂੰ ਦੂਰ ਕਰਨ ਦੇ ਲਈ ਜਾਂ ਇਸ ਦਾਗ ਨੂੰ ਮਿਟਾਉਣ ਦੇ ਲਈ ਸ਼੍ਰੋਮਣੀ ਕਮੇਟੀ ਇਸ ਕਿਸਮ ਦਾ ਕੋਈ ਫੈਸਲਾ ਹੈ ਉਹ ਭਲਕੇ ਲੈ ਸਕਦੀ ਹੈ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਫਿਰ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।